ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਨਾ ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਕਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਨਾਵਹੁ ਭੁੱਲੀ ਚੋਟਾਂ ਖਾਏ ਬਹੁਤ ਸਿਆਣਪ ਭਰਮ ਨ ਜਾਏ। ਨਾਵਹੁ ਭੁੱਲੀ ਚੋਟਾਂ ਖਾਏ ਬਹੁਤ ਸਿਆਣਪ ਭਰਮ ਨ ਜਾਏ। ਪਚ ਪਚ ਮੂਏ ਅਚੇਤ ਨ ਚੇਤ ਹੈ ਅਜਗਰ ਭਾਰ ਲਦਾਈ ਹੈ। ਬਿਨ ਬਾਦ ਵਿਰੁੱਧ ਹੈ ਕੋਈ ਨਾਹੀ। ਮੈਂ ਦੇ ਖਾਲਿਓ ਤਿਸ ਸਾਲਾਹੀ। ਮਨ ਤਨ ਅਰਪ ਮਿਲੈ ਜਗ ਜੀਵਨ
हर स्यों बनत बनाई है। प्रभ की गत मित कोय न पावै। जे को बड़ा कहाए बड़ाई खावै। साचे साहिब तोट न दाती। सगली तिन्ह उपाई है। वड्डी वड्याई वे परवाहे। आप उपाए दान समाहे। आप दयाल दूर नहीं दाता। मिलिया सहज रजाई है। वड्डी वड्याई वे परवाहे। आप उपाए दान समाहे। आप दयाल दूर नहीं दाता। मिलिया सहज रजाई है। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तख दे मालक। लोक परलोक दे रखियक। सर्व सांझी बालता दा उपदेश देण वाले। धन धन साहिब श्री गुरु ग्रंथ साहिब सच्चे सतगुरु जी दी पावन पवित्र हजूरी अंदर जुड़ बैठे गुरु रूप गुरु सवारे सतसंगी जनो। आप जी बड़ियां भागां वाले हो जो दशमेश पिता गुरु कलगीधर सतगुरु अमृत के दाते सर्वंस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सत संगत करके सतगुरु जी दियां खुशियां प्राप्त कर रहे हो। अमृत बेले तो सजे दीवाना विच आप जी ने हुणे ही सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन। सुआओ गुरु सवारियो समा है जो चल रही लड़ीवार गुरबाणी दी कथा मारू राग दे विचों आप संगतां श्रवण करदियां रहियां हन। धन धन साहिब श्री गुरु नानक देव महाराज जी दे पावन शब्द 16 बाणी दी विचार चल रही है। 1025 अंक ते सतगुरु साडे उत्ते बख्शिश कर रहे हैं। आओ अपनियां मन बिरतियां एकागर करिए। ध्यान गुरु चरणां नाल जोड़िए ते गुरु महाराज जी दे पावन उपदेश नूं विच बसा के अपना जीवन सफला करिए। करो सारे अपनी रसना पवित्र आखो जी सतनाम श्री वाहिगुरु साहिब जी। सतनाम श्री वाहिगुरु साहिब जी। नावो भुल्ली चोटां खाए बहुत सियाणप भरम न जाए। धन धन साहिब श्री गुरु नानक देव महाराज जी बख्शिश कर रहे हैं। पावन शब्द द्वारा दस रहे हैं कि जिहड़ी जीव इस्तरी परिपूर्ण परमात्मा दे नाम नूं भुल्ली फिरदी है उन्होंने फिर
ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਉਹਨੂੰ ਜਮਾਂ ਦੀ ਮਾਰ ਸਹਾਰਨੀ ਪੈਂਦੀ ਹੈ। ਇਸ ਕਰਕੇ ਨਾਮ ਜਪਣਾ ਅਤੀ ਜ਼ਰੂਰੀ ਹੈ। ਸਤਿਗੁਰੂ ਜੀ ਕਹਿੰਦੇ ਨੇ ਬਹੁਤ ਸਿਆਣਪ ਭਰਮ ਨਾ ਜਾਏ। ਕਈ ਜੀਵ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਬੜਾ ਦਾਨਾ, ਮੈਂ ਬੜਾ ਸਿਆਣਾ ਹਾਂ ਅਤੇ ਮੈਂ ਆਪਣੀ ਸਿਆਣਪ ਦੇ ਨਾਲ ਪਰਮਾਤਮਾ ਦਾ ਹੱਥ ਬੰਨਾ ਪ੍ਰਾਪਤ ਕਰ ਲਵਾਂਗਾ। ਮੈਂ ਆਪਣੀਆਂ ਚਲਾਕੀਆਂ ਦੇ ਰਾਹੀਂ ਜਦੋਂ ਜਮ ਮੈਨੂੰ ਲੈਣ ਆਉਣਗੇ ਉਦੋਂ ਮੈਂ ਆਪਣਾ ਬਚਾਅ ਕਰ ਲਵਾਂਗਾ। ਅਤੇ ਸਤਿਗੁਰੂ ਕਹਿੰਦੇ ਨੇ ਨਹੀਂ, ਉੱਥੇ ਇੱਕ ਸਿਆਣਪ ਵੀ ਨਾਲ ਨਹੀਂ ਚੱਲਣੀ ਆ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਗੁਰੂ ਸਾਹਿਬਾਨ ਜੀ ਬਚਨ ਕਰਦੇ ਕਿ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਹਜ਼ਾਰਾਂ ਸਿਆਣਪਾਂ ਤੋਂ ਲੱਖਾਂ ਸਿਆਣਪਾਂ ਦਾ ਤੂੰ ਮਾਲਕ ਬਣ ਜਾਵੇ, ਇੰਨਾ ਤੂੰ ਦਾਨਾ ਹੋਵੇ, ਸਿਆਣਾ ਹੋਵੇ। ਕਹਿੰਦੇ ਸੱਚ ਜਾਣੀ, ਜਦੋਂ ਅੰਤਮ ਸਮਾਂ ਤੇਰਾ ਆਉਣਾ, ਜਮਦੂਤ ਤੈਨੂੰ ਲੈਣ ਵਾਸਤੇ ਆਉਣਗੇ, ਉਦੋਂ ਤੇਰੀ ਇੱਕ ਵੀ ਸਿਆਣਪ ਨਾਲ ਨਹੀਂ ਚੱਲਣੀ ਹੈ। ਇਸ ਕਰਕੇ ਇਹ ਜੀਵ ਦੇ ਅੰਦਰ ਇਹ ਭਰਮ ਪਿਆ ਹੋਇਆ ਹੈ। ਹਰ ਇੱਕ ਮਨੁੱਖ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਇੱਕ ਰਾਜਾ ਹੈ, ਚਾਹੇ ਭਿਖਾਰੀ ਹੈ, ਜਿੰਨੇ ਵੀ ਮਨੁੱਖ ਨੇ, ਹਰ ਇੱਕ ਮਨੁੱਖ ਦੇ ਅੰਦਰ ਮੈਂ ਮੇਰੀ ਹੈ। ਇਹੀ ਸੋਚਦਾ ਕਿ ਮੈਂ ਦਾਨਾ, ਮੈਂ ਸਿਆਣਾ। ਪਰ ਸਿਆਣਪ ਜਿਹੜੀ ਹੈ ਗੁਰੂ ਸਵਾਰਿਓ, ਇਹ ਪਰਮਾਤਮਾ ਨੇ ਬਖਸ਼ੀ। ਅਸਲ ਵਿੱਚ ਸਿਆਣੇ ਕੌਣ ਨੇ? ਸਿਆਣੇ ਉਹ ਨੇ ਜਿਨ੍ਹਾਂ ਨੇ ਗੁਰੂ ਸਰੇ ਮਨੁੱਖਾ ਜਨਮ ਦੇ ਮਕਸਦ ਨੂੰ ਸਮਝ ਲਿਆ ਕਿ ਸਾਨੂੰ ਇਹ ਮਨੁੱਖਾ ਜਨਮ ਕਾਹਦੇ ਲਈ ਪ੍ਰਾਪਤ ਹੋਇਆ ਹੈ ਅਤੇ ਆਪਾਂ ਕਿਹੜਾ ਕਾਰਜ ਕਰਨਾ ਜਿਹਦੇ ਰਾਹੀਂ ਸਾਨੂੰ ਪਰਿਪੂਰਨ ਪਰਮਾਤਮਾ ਦੀਆਂ ਖੁਸ਼ੀਆਂ ਮਿਲ ਸਕਣ। ਫਿਰ ਜਿਨ੍ਹਾਂ ਨੇ ਸਮਝ ਲਿਆ, ਫਿਰ ਉਹ ਇਹੋ ਜਿਹੇ ਜਗਿਆਸੂ ਬਣ ਗਏ, ਉਹਨਾਂ ਦੇ ਅੰਦਰ ਲਾਲਸਾ ਪੈਦਾ ਹੋਈ ਅਤੇ ਉਹ ਦਿਨ ਰਾਤ ਗੁਰੂ ਸਰੇ ਫਿਰ ਸਾਸ ਗਰਾਸ ਦੁਆਰਾ ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਪਰ ਜੀਵ ਇਸਤਰੀ ਦੇ ਮਨ ਦੇ ਉੱਤੇ, ਕਹਿੰਦੇ ਨੇਤਰਾਂ ਉੱਤੇ ਐਸਾ ਮਾਇਆ ਦਾ ਪਰਦਾ ਪਿਆ ਹੋਇਆ ਹੈ, ਇਹ ਦਿਨ ਰਾਤ ਮਾਇਆ ਦੇ ਵਿੱਚ ਹੀ ਗਲਤਾਨ ਹੈ। ਜਿਸ ਕਰਕੇ ਕਹਿੰਦੇ ਇਹਨੂੰ ਫਿਰ ਇਹ ਚੋਟਾਂ ਖਾਂਦੀ ਹੈ, ਜਮਾਂ ਦੀ ਮਾਰ ਸਹਿੰਦੀ ਹੈ। ਇੱਕ ਵੀ ਸਿਆਣਪ ਕਹਿੰਦੇ ਬਹੁਤ ਸਿਆਣਪ, ਕਹਿੰਦੇ ਬਹੁਤ ਸਿਆਣਪ, ਪਰ ਇਸ ਸਿਆਣਪ ਦੇ ਨਾਲ ਕਹਿੰਦੇ ਜਿਹੜਾ ਜੀਵ ਤੇਰੇ ਅੰਦਰ ਭਰਮ ਪਿਆ ਹੋਇਆ ਨਾ, ਇਹ ਭਰਮ ਨਹੀਂ ਮੁੱਕ ਸਕਦਾ ਹੈ। ਇਹ ਭਰਮ ਮੁੱਕਣਾ ਹੈ ਪਰਮਾਤਮਾ ਦੇ ਨਾਮ ਦੇ ਨਾਲ। ਤਾਈਓ ਗੁਰੂ ਸਵਾਰਿਓ ਕਬੀਰ ਸਾਹਿਬਾਨ ਜੀ ਦੇ ਇੱਕ ਸਲੋਕ ਆਉਂਦਾ ਏ, ਕਹਿੰਦੇ ਨੇ ਕਬੀਰ ਸਾਹਿਬਾਨ ਜੀ ਨੂੰ ਸਵਾਲ ਕੀਤਾ। ਕਹਿਣ ਲੱਗੇ ਕਬੀਰ ਸਾਹਿਬਾਨ ਜੀ, ਇੱਕ ਪਾਸੇ ਇੱਕ ਰਾਜੇ ਦੀ ਰਾਣੀ ਹੈ ਜਿਹਨੇ ਕੀਮਤੀ ਗਹਿਣੇ ਪਹਿਨੇ ਹੋਏ ਨੇ, ਕੀਮਤੀ ਵਸਤਰ ਪਹਿਨੇ ਹੋਏ ਨੇ। ਇੱਕ ਪਾਸੇ ਇੱਕ ਰੱਬ ਦੇ ਪਿਆਰੇ ਭਗਤ ਦੀ ਘਰ ਵਾਲੀ ਹੈ, ਨਾਮ ਜਪਣ ਵਾਲੀ, ਉਹ ਆਪ ਵੀ ਨਾਮ ਜਪਦੀ ਹੈ। ਇੱਕ ਸੇਵਕਾਣੀ ਹੈ। ਅਤੇ ਭਗਤ ਜੀ ਦੱਸੋ, ਦੁਨੀਆ ਦੀ ਨਿਗਾਹ ਦੇ ਵਿੱਚ ਇੱਕ ਪਾਸੇ ਜੇ ਦੁਨਿਆਵੀ ਤੌਰ 'ਤੇ ਦੇਖਿਆ ਜਾਵੇ, ਦੁਨੀਆ ਦੇ ਲੋਕ ਰਾਣੀ ਨੂੰ ਸਤਿਕਾਰ ਤਾਂ ਦਿੰਦੇ ਨੇ ਕਿ ਇਹ ਰਾਜੇ ਦੀ ਰਾਣੀ ਹੈ, ਅਤੇ ਜੇ ਉਹਦਾ ਆਚਰਣ ਦੇਖਿਆ ਜਾਵੇ, ਆਚਰਣ ਦੇਖ ਕੇ ਫਿਰ ਉਹ ਅੰਦਰੋਂ ਡਰਦੇ ਹੋਏ ਸਤਿਕਾਰ ਦਿੰਦੇ ਨੇ। ਪਰ ਜਿਹੜੀ ਇੱਕ ਪਰਮਾਤਮਾ ਦੀ ਸੇਵਕਾਣੀ ਹੈ, ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਹੈ, ਉਹਨੂੰ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਸਨਮਾਨ ਦਿੰਦੇ ਨੇ, ਉਹਨੂੰ ਕੁੱਲ ਦੁਨੀਆ ਦੇ ਲੋਕ ਵਡਿਆਈ ਦਿੰਦੇ ਨੇ। ਕਹਿਣ ਲੱਗੇ ਇਹ ਕਾਰਨ ਕੀ ਹੈ? ਅਤੇ ਭਗਤ ਕਬੀਰ ਸਾਹਿਬਾਨ ਨੇ ਸਮਝਾਇਆ। ਕਹਿਣ ਲੱਗੇ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਿ ਭਾਈ ਜਿਹੜੀ ਸੇਵਕਾਣੀ ਨੂੰ ਮਾਣ ਕਿਉਂ ਦਿੱਤਾ ਜਾਂਦਾ ਹੈ? ਅਤੇ ਭਗਤ ਜੀ ਅਗਲੀ ਪੰਗਤੀ ਉੱਤਰ ਦਿੰਦੇ ਨੇ, ਕਹਿੰਦੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਕਿ ਜਿਹੜੀ ਰਾਣੀ ਆ ਉਹ ਵਿਸ਼ੇ ਵਿਕਾਰਾਂ ਹਿੱਤ ਆਪਣੀ ਮਾਂਗ ਨੂੰ ਸਵਾਰਦੀ ਹੈ, ਉਹਦੇ ਅੰਦਰ ਪਾਪ ਹੈ। ਜਿਹੜੀ ਦੂਸਰੀ ਹੈ, ਜਿਹੜੀ ਸੇਵਕਾਣੀ ਹੈ, ਉਹ ਪਰਮਾਤਮਾ ਦਾ ਸਿਮਰਨ ਕਰਦੀ ਹੈ। ਸਿਮਰਨ ਕਰਨ ਦੇ ਕਰਕੇ
ਦੁਨੀਆ ਦੇ ਵਿੱਚ ਉਸ ਜੀਵੀ ਇਸਤਰੀ ਨੂੰ ਫਿਰ ਮਾਣ ਸਨਮਾਨ ਮਿਲਦਾ ਹੈ। ਇਸ ਕਰਕੇ ਸਿਮਰਨ ਦੇ ਨਾਲ ਹੀ ਗੁਰੂ ਸਵਾਰੇ ਸਨਮਾਨ ਮਿਲਦਾ ਹੈ। ਤਾਂ ਇਹ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦੇਸਹਿ ਉਗਬਤ ਸੂਰ। ਕਬੀਰ ਸਾਹਿਬਾਨ ਜੀ ਲੰਘਦੇ ਹੋਏ ਜਾ ਰਹੇ ਨੇ ਸਮੁੰਦਰ ਦੇ ਕਿਨਾਰੇ 'ਤੇ। ਕਹਿੰਦੇ ਨੇ ਸਮੁੰਦਰ ਵਿੱਚ ਤਰੰਗ ਪੈਦਾ ਹੋਈ, ਉਛਾਲ ਆਇਆ ਪਾਣੀ ਦੀ। ਜਦੋਂ ਗੁਰੂ ਸਰੇ ਉਸ ਉਛਾਲ ਦੇ ਰਾਹੀਂ ਇੱਕ ਸਮੁੰਦਰ ਵਿੱਚ ਸੰਖ ਨਿਕਲਿਆ ਜੋ ਬਾਹਰ ਡਿੱਗ ਗਿਆ, ਅਤੇ ਕਬੀਰ ਸਾਹਿਬਾਨ ਜੀ ਨੇ ਉਹ ਸੰਖ ਚੁੱਕਿਆ ਅਤੇ ਚੁੱਕ ਕੇ ਫਿਰ ਵਗਾ ਕੇ ਸਮੁੰਦਰ ਸੁੱਟ ਦਿੱਤਾ। ਥੋੜ੍ਹਾ ਅੱਗੇ ਤੁਰੇ ਨੇ, ਫਿਰ ਗੁਰੂ ਸਰੇ ਬੜੀ ਤੇਜ਼ੀ ਨਾਲ ਤਰੰਗਾਂ ਪੈਦਾ ਹੋਈਆਂ, ਹਵਾ ਚੱਲੀ ਹੈ, ਦੁਬਾਰਾ ਫਿਰ ਉਹ ਸੰਖ ਬਾਹਰ ਆ ਗਿਆ ਅਤੇ ਕਬੀਰ ਜੀ ਨੇ ਦੂਜੀ ਵਾਰੀ ਫਿਰ ਚੁੱਕਿਆ, ਚੁੱਕ ਕੇ ਫਿਰ ਸੁੱਟ ਦਿੱਤਾ। ਹੁਣ ਜਦੋਂ ਤੀਜੀ ਵਾਰੀ ਭਗਤ ਕਬੀਰ ਅੱਗੇ ਲੰਘ ਰਹੇ, ਤੀਸਰੀ ਵਾਰੀ ਆਇਆ ਅਤੇ ਕਬੀਰ ਜੀ ਨੇ ਹੱਥ ਵਿੱਚ ਪਕੜ ਲਿਆ। ਹੱਥ ਵਿੱਚ ਪਕੜ ਕੇ ਕਹਿਣ ਲੱਗੇ, ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਤਾਹੜੀ ਦੇਸ ਹੈ ਉਗਬਤ ਸੂਰ। ਕਹਿੰਦੇ ਰਹਿ ਨਾਇਰ ਦਾ ਅਰਥ ਹੈ ਸਮੁੰਦਰ। ਰਹਿ ਨਾਇਰ ਨਾਲੋਂ ਵਿਛੋੜਿਆ, ਵਿਛੜੇ ਹੋਏ ਇਹ ਸੰਖ ਤੂੰ ਇਹਦੇ ਵਿੱਚ ਹੀ ਰਹਿਣਾ ਕਰ। ਜੇਕਰ ਤੂੰ ਇਸ ਸਮੁੰਦਰ ਨਾਲੋਂ ਵਿਛੜ ਗਿਆ ਤੇ ਅੱਗੇ ਸਮਾਂ ਇਹੋ ਜਿਹਾ ਆਵੇਗਾ ਕਿ ਪਾਂਡੇ ਲੋਕ ਤੈਨੂੰ ਚੁੱਕ ਕੇ ਲੈ ਜਾਣਗੇ, ਤੂੰ ਮੰਦਰਾਂ ਵਿੱਚ ਦਿਉਰਿਆਂ ਵਿੱਚ ਤੈਨੂੰ ਨਿਤਾ ਪ੍ਰਤੀ ਵਜਾਇਆ ਜਾਵੇਗਾ। ਹੁਣ ਗੱਲ ਸੰਖ ਦੀ ਨਹੀਂ ਹੈ, ਗੱਲ ਹੈ ਜੀਵ ਅਤੇ ਪਰਮੇਸ਼ਰ ਦੀ। ਪਰਮੇਸ਼ਰ ਕੀ ਹੈ? ਇੱਕ ਸਮੁੰਦਰ ਦੀ ਨਿਆਈ ਹੈ। ਜੇ ਸਮੁੰਦਰ ਦੇ ਪਾਣੀ ਦਾ ਕੋਈ ਅੰਦਾਜ਼ਾ ਨਹੀਂ ਕਿੰਨਾ ਪਾਣੀ ਹੈ, ਸਮੁੰਦਰ ਦੀ ਡੂੰਘਾਈ ਦਾ ਪਤਾ ਨਹੀਂ ਕਿੰਨੀ ਡੂੰਘਾਈ ਹੈ। ਸਮੁੰਦਰ ਜਿਵੇਂ ਅਨੇਕਾਂ ਪ੍ਰਕਾਰ ਦੇ ਪਦਾਰਥ ਰਤਨ ਨਿਕਲਦੇ ਨੇ, ਅਤੇ ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਪਰਮਾਤਮਾ ਵਿੱਚ ਵੀ ਬਹੁਤ ਸਾਰੇ ਰਤਨ ਨੇ। ਗੁਰਬਾਣੀ ਦੇ ਵਿੱਚ ਬਾਰ-ਬਾਰ ਪਰਿਪੂਰਨ ਪਰਮਾਤਮਾ ਨੂੰ ਸਮੁੰਦਰ ਸੰਬੋਧਨ ਕਰਕੇ ਸਤਿਗੁਰੂ ਨੇ ਬਚਨ ਕੀਤੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੱਲ ਕੀ ਹੈ? ਸਮੁੰਦਰ ਹੈ ਪਰਮਾਤਮਾ, ਸੰਖ ਕੀ ਹੈ? ਜੀਵ। ਕਿ ਜਦੋਂ ਤੱਕ ਜੀਵ ਪਰਮੇਸ਼ਰ ਰੂਪੀ ਸਮੁੰਦਰ ਵਿੱਚ ਇੱਕ ਮਿਕ ਰਿਹਾ, ਪਰਮੇਸ਼ਰ ਦੀ ਇਬਾਦਤ ਕਰਦਾ ਰਿਹਾ, ਪਰਮੇਸ਼ਰ ਦੇ ਗੁਣ ਗਾਇਨ ਕਰਦਾ ਰਿਹਾ, ਉਦੋਂ ਤੱਕ ਤਾਂ ਠੀਕ ਹੈ। ਜਦੋਂ ਫਿਰ ਪਰਮੇਸ਼ਰ ਨਾਲ ਵਿਛੋੜਾ ਪੈ ਗਿਆ, ਜਿਵੇਂ ਜਿਵੇਂ ਗੁਰੂ ਸਰ ਸੰਖ ਦਿਉਰਿਆਂ ਵਿੱਚ ਵਜਾਇਆ ਜਾਂਦਾ ਹੈ, ਇਸੇ ਤਰ੍ਹਾਂ ਫਿਰ ਜਿਹੜਾ ਜੀਵ ਹੈ ਇਹ ਥਾਵਾਂ ਥਾਵਾਂ 'ਤੇ ਵੱਜਦਾ ਫਿਰਦਾ, ਭਾਵੇਂ ਇਹ ਭਟਕਣਾ ਵਿੱਚ ਹੀ ਲੱਗਿਆ ਰਹਿੰਦਾ ਹੈ। ਇਹਦੀ ਭਟਕਣਾ ਜੀਵ ਦੀ ਕਦੇ ਫਿਰ ਦੂਰ ਨਹੀਂ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬਾਨ ਤੇ ਸਮਝਾਉਂਦੇ ਨੇ ਕਿ ਨਾਵੋ ਭੁੱਲੀ ਚੋਟਾਂ ਖਾਏ। ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੀ ਹੈ, ਫਿਰ ਉਹ ਚੋਟਾਂ ਖਾਂਦੀ ਹੈ ਅਤੇ ਬਹੁਤ ਸਿਆਣਪ ਭਰਮ ਨਾ ਜਾਏ। ਕਹਿੰਦੇ ਬੜੀ ਆਪਣੇ ਆਪ ਨੂੰ ਸਿਆਣੀ ਖਵਾਉਂਦੀ ਹੈ ਕਿ ਮੈਂ ਬੜਾ ਸਿਆਣਾ ਹਾਂ। ਕਹਿੰਦੇ ਪਰ ਸੱਚ ਜਾਣੇ ਇਸ ਸਿਆਣਪ ਦੇ ਰਾਹੀਂ ਇਹ ਜਿਹੜਾ ਜੀਵ ਤੇਰੇ ਅੰਦਰ ਭਰਮ ਪਿਆ ਹੋਇਆ ਨਾ, ਇਹ ਭਰਮ ਨਹੀਂ ਮੁੱਕ ਸਕਦਾ ਹੈ। ਪਚ ਪਚ ਮੂਏ ਅਚੇਤ ਨਾ ਚੇਤ ਹੈ, ਅਜਗਰ ਭਾਰ ਲਦਾਈ ਹੈ। ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਪਚ ਪਚ ਮੂਏ, ਪਚ ਪਚ ਕੇ ਖੱਜਲ ਖੁਆਰ ਹੋ ਕੇ। ਕਹਿੰਦੇ ਇਸ ਤਰ੍ਹਾਂ ਜੀ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ, ਕਹਿੰਦੇ ਇੱਕ ਦਿਨ ਕਹਿੰਦੇ ਸਮਾਂ ਆਉਂਦਾ ਫਿਰ ਜੀਵ ਸੰਸਾਰ ਤੋਂ ਮੂਏ ਮਰ ਜਾਂਦੇ ਨੇ, ਭਾਵ ਕੂਚ ਕਰ ਜਾਂਦੇ ਨੇ। ਅਚੇਤ ਨਾ ਚੇਤ ਹੈ, ਜਿਹੜਾ ਅਚੇਤ ਪਰਮੇਸ਼ਰ ਹੈ ਉਸ ਵਾਹਿਗੁਰੂ ਨੂੰ ਕਹਿੰਦੇ ਚੇਤੇ ਨਹੀਂ ਕਰਦੇ। ਅਤੇ ਹਾਲਤ ਕਿਹੋ ਜਿਹੀ ਹੋ ਗਈ? ਅਜਗਰ ਭਾਰ ਲਧਾਈ ਹੈ। ਅਜਗਰ ਦਾ ਅਰਥ ਹੈ ਸੱਪ। ਜਿਵੇਂ ਅਜਗਰ ਸੱਪ ਦੀ ਉਮਰ ਵੱਧਦੀ ਹੈ, ਤਿਉਂ ਤਿਉਂ ਜਿਹੜਾ ਉਹਦਾ ਜ਼ਹਿਰ ਹੈ ਉਹ ਦਿਨੋਂ ਦਿਨ ਵੱਧਦਾ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ, ਮੋਹ ਮਮਤਾ ਵਿੱਚ ਗਲਤਾਨ ਹੋ ਕੇ, ਮਾਇਆ ਦੇ ਵਿੱਚ ਗਲਤਾਨ ਹੋ ਕੇ, ਨਿਤਾ ਪ੍ਰਤੀ ਜੀਵ ਆਪਣੇ ਉੱਪਰ ਅਜਗਰ ਸੱਪ ਦੀ ਨਿਆਈ ਕਹਿੰਦੇ ਮਾਨੋ ਇਹ ਭਾਰ ਵਧਾ ਰਿਹਾ ਹੈ। ਦਿਨੋਂ ਦਿਨ ਦੇ ਪਾਪਾਂ ਦਾ ਭਾਰ ਜਿਹੜਾ ਘੜਾ ਹੈ ਉਹ ਭਰਦਾ ਜਾ ਰਿਹਾ ਹੈ।
बोझ लैके तुरिया फिरदा है। तो जिमें सिर दे उत्ते आपां मानो कोई पंड चुकी होवे, ਉਹਦਾ वजन होवे 30 किलो 40 किलो 50 किलो, ਤੇ ਆਪਾਂ ਚੁੱਕ ਕੇ ਤੁਰੇ ਹੋਣ ਤੇ ਆਪਾਂ ਰਸਤੇ ਵਿੱਚ ਤੁਰੇ ਜਾ ਰਹੇ ਨੇ। ਜਦੋਂ ਦਾ ਵਜਨ ਲੱਗਦਾ ਹੈ, ਭਾਰ ਲੱਗਦਾ ਕਿ ਗੱਲਬਾਤ ਪੁੱਛੇ ਨਾ ਰਸਤੇ, ਗੱਲਾਂ ਬਾਤਾਂ ਮਾਰੇ ਤੇ ਗੱਲਬਾਤ ਨਹੀਂ ਹੁੰਦੀ, ਕਿਉਂਕਿ ਉਹ ਸਰੀਰ ਜਿਹੜਾ ਸਿਰ ਹੈ ਉਹ ਭਾਰ ਦੇ ਨਾਲ ਗੁਰੂ ਦੱਬਿਆ ਹੁੰਦਾ ਹੈ, ਉਹ ਸਹਿਣ ਨਹੀਂ ਹੁੰਦਾ। ਤੇ ਜਦੋਂ ਕੋਈ ਪੁੱਛੇ ਕਿ ਭਾਈ ਮੈਨੂੰ ਫਲਾਣੀ ਗੱਲ ਦੱਸ, ਉਹ ਕਹਿੰਦਾ ਮੈਨੂੰ ਪਹਿਲਾਂ ਇਹ ਜਿਹੜਾ ਸਿਰ ਉੱਤੇ ਵਜਨ ਚੁੱਕਿਆ ਇਹਨੂੰ ਲਾਹ ਲੈਣ ਦੇ, ਮੈਨੂੰ ਬੈਠ ਲੈਣ ਦੇ, ਫਿਰ ਤੈਨੂੰ ਮੈਂ ਦੱਸਦਾ ਹਾਂ। ਪਹਿਲਾਂ ਉਹ ਪੰਡ ਲਾਉਂਦਾ, ਪੰਡ ਲਾਹਣ ਤੋਂ ਉਪਰੰਤ ਫਿਰ ਗੁਰੂ ਸਵਾਰੇ ਗੱਲਬਾਤ ਕਰਦਾ ਹੈ। ਉਹ ਭਾਰ ਤਾਂ ਆਪਾਂ ਲਾਹ ਲਏ, ਜਿਹੜਾ ਸਿਰ ਉੱਤੇ ਚੁੱਕਿਆ ਸਾਨੂੰ ਪ੍ਰਤੱਖ ਦਿਸ ਰਿਹਾ ਹੈ, ਉਹ ਤਾਂ ਆਪਾਂ ਲਾ ਕੇ ਗੱਲਬਾਤ ਕਰ ਲਵਾਂਗੇ, ਆਪਣੇ ਉਸ ਭਾਰ ਨੂੰ ਹੌਲਾ ਕਰ ਸਕਦੇ ਹਾਂ। ਪਰ ਜਿਹੜਾ ਪਾਪਾਂ ਦਾ ਭਾਰ ਸਿਰ ਉੱਤੇ ਚੁੱਕਿਆ ਹੋਇਆ ਗੁਰੂ ਸਵਾਰੇ, ਉਹਨੂੰ ਆਪਾਂ ਕਿਵੇਂ ਹੌਲਾ ਕਰਾਂਗੇ? ਉਹਨੂੰ ਹੌਲਾ ਇਸ ਤਰ੍ਹਾਂ ਨਹੀਂ ਲਾਇਆ, ਹੱਥਾਂ ਨਾਲ ਨਹੀਂ ਲਾਇਆ ਜਾਣਾ। ਉਹ ਉੱਥੇ ਹੱਥ ਕੋਈ ਹੋਰ ਕੰਮ ਕਰਨੇ ਨੇ, ਇਹ ਦੁਨਿਆਵੀ ਹੱਥ ਕੰਮ ਨਹੀਂ ਕਰਨੇ। ਉੱਥੇ ਮਨ ਰੂਪੀ ਹੱਥਾਂ ਦੇ ਰਾਹੀਂ ਉਹ ਪਾਪਾ ਰੂਪੀ ਭਾਰ ਲਾਇਆ ਜਾਣਾ ਹੈ। ਜੋ ਮਨ ਰੂਪੀ ਹੱਥਾਂ ਦੇ ਰਾਹੀਂ ਅਸੀਂ ਗੁਰੂ ਗੁਰੂ ਜਪਾਂਗੇ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਤੇ ਐਸੀ ਫਿਰ ਖੇਡ ਵਰਤਣੀ ਹੈ, ਤੇ ਗੁਰੂ ਸਵਰੇ ਆਪਣੇ ਆਪ ਹੀ ਫਿਰ ਸਾਡਾ ਜਿਹੜਾ ਇਹ ਪਾਪਾਂ ਦਾ ਭਾਰ ਹੈ ਹੌਲੀ ਹੌਲੀ ਇਹ ਲਹਿੰਦਾ ਜਾਵੇਗਾ। ਪਰ ਮਨਮੁਖ ਜੀਵ ਦੀ ਹਾਲਤ ਕੈਸੀ ਹੈ? ਤੇ ਸਤਿਗੁਰੂ ਭਗਤ ਕਬੀਰ ਸਾਹਿਬਾਨ ਜੀ ਨੂੰ ਪੁੱਛੋ। ਕਬੀਰ ਸਾਹਿਬਾਨ ਇੱਕ ਸ਼ਲੋਕ ਸ਼ਬਦ ਆਉਂਦਾ ਮਾਰੂ ਰਾਗ ਦੇ ਵਿੱਚ। ਕਬੀਰ ਜੀ ਕਹਿੰਦੇ ਨੇ, ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਜੀਵ ਪਾਪੀ ਹੈ, ਲੋਭ ਕਰਤਾ, ਲਾਲਸਾ ਹੈ ਜੀਵ ਦੇ ਅੰਦਰ। ਲੋਭ ਲਾਲਸਾ ਵਿੱਚ ਗਲਤਾਨ ਹੋ ਕੇ ਤੇ ਪਰਮੇਸ਼ਰ ਨੂੰ ਭੁਲਾਇਆ ਹੋਇਆ, ਰਾਮ ਨੂੰ ਵਿਸਾਰਿਆ ਹੋਇਆ ਹੈ। ਤੇ ਸਤਿਗੁਰੂ ਕਹਿੰਦੇ ਨੇ, ਪਾਪੀ ਜੀਅਰਾ ਲੋਭ ਕਰਤ ਹੈ, ਆਜ ਕੱਲ ਉੱਠ ਜਾਏਗਾ। ਅੱਜ ਨਹੀਂ ਤਾਂ ਕੱਲ ਜੀਵਤ ਹੈ, ਉੱਠ ਕੇ ਚਲਿਆ ਜਾਣਾ ਸੰਸਾਰ ਦਾ। ਕਿਸੇ ਦੀ ਪੱਕੀ ਇੱਟ ਨਹੀਂ ਲੱਗੀ ਹੈ। ਜੇ ਆਪਾਂ ਸੋਚੀਏ ਨਾ ਕਿਵੇਂ ਸੰਸਾਰ 'ਚ ਸਦੀਵੀ ਕਾਲ ਹੀ ਰਹਿਣਾ। ਰਾਵਣ ਜੈਸੇ ਕਹਿੰਦੇ ਸੀ ਕਿ ਮੈਂ ਪਾਵੇ ਨਾਲ ਕਾਲ ਬੰਨ੍ਹਿਆ ਹੋਇਆ, ਪਰ ਗੁਰੂ ਸਵਾਰੇ ਉਸ ਰਾਵਣ ਨੂੰ ਜਾਣਾ ਪਿਆ। ਹਿਰਨਕਸ਼ਪ ਜੈਸੇ ਕਹਿੰਦੇ, ਪ੍ਰਹਿਲਾਦ ਦਾ ਪਿਤਾ ਕਹਿੰਦਾ ਸੀ ਜਿਹਨੇ 7 ਬਰ ਲਏ ਸੀ, ਕਹਿੰਦਾ ਦਿਨੇ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਮੈਨੂੰ 84 ਲੱਖ ਜੂਨਾਂ 'ਚ ਕੋਈ ਮਾਰ ਸਕੇ, ਨਾ ਅਸਤਰ ਸੇ ਮਰੂ ਨਾ ਸ਼ਸਤਰ ਸੇ ਮਰੂ, ਇਤਿਆਦਿਕ ਇਹ ਬਰ ਲਏ ਸੀ ਗੁਰੂ ਸਵਾਰਿਓ। ਪਰ ਹੋਇਆ ਕੀ ਹੈ? ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਏ। ਇਹ ਪਰਮਾਤਮਾ ਨੇ ਵਿਧਾਨ ਬਣਾਇਆ ਹੋਇਆ ਹੈ। ਪਰ ਜਿਹੜਾ ਉਹ ਸਮਾਂ ਸਾਨੂੰ ਮਿਲਦਾ ਵਿਚਕਾਰ ਜਾਣਾ, ਹਰ ਇੱਕ ਨੇ, ਮਨਮੁਖ ਨੇ ਵੀ ਜਾਣਾ ਹੈ ਤੇ ਗੁਰਮੁਖ ਨੇ ਵੀ ਜਾਣਾ ਹੈ, ਇਹ ਸੱਚ ਹੈ। ਪਰ ਜਿੰਨਾ ਸਮਾਂ ਸਾਨੂੰ ਮਨੁੱਖਾ ਦੇਹੀ ਵਿੱਚ ਪ੍ਰਾਪਤ ਹੋ ਗਏ ਆ, ਕਿਸੇ ਨੂੰ 20 ਸਾਲ 30 ਸਾਲ 50 ਸਾਲ, ਕਿਸੇ ਨੂੰ 100 ਸਾਲ, ਜਿੰਨਾ ਸਮਾਂ ਅਸੀਂ ਨਾਮ ਜਪ ਲਿਆ, ਚੰਗੇ ਕੰਮ ਕਰ ਲਏ। ਇੱਕ ਗੱਲ ਹੋਰ ਯਾਦ ਰੱਖਿਓ, ਜੇ ਕੇਵਲ ਆਪਾਂ ਨਾਮ ਜਪਦੇ ਰਹੇ, ਚੰਗੇ ਕੰਮ ਨਾ ਕਰੀਏ, ਫਿਰ ਵੀ ਗੁਰੂ ਦੀਆਂ ਖੁਸ਼ੀਆਂ ਸਾਨੂੰ ਨਹੀਂ ਮਿਲਣੀਆਂ। ਇਹ ਵੀ ਸੱਚ ਹੈ। ਇੱਕ ਪਾਸੇ ਆਪਾਂ ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖਦੇ ਰਹੀਏ, ਦੂਜੇ ਪਾਸੇ ਆਪਾਂ ਸਾਰੇ ਗਲਤ ਕੰਮ ਕਰਦੇ ਰਹੀਏ, ਫਿਰ ਵੀ ਸਾਨੂੰ ਸਤਿਗੁਰ ਦੀਆਂ ਖੁਸ਼ੀਆਂ ਨਹੀਂ ਮਿਲ, ਆਪਾਂ ਪਾਪਾਂ ਦੇ ਬਹੁਤ ਵੱਡੇ ਭਾਗੀਦਾਰ ਬਣਾਂਗੇ। ਸਿਮਰਨ ਤਾਂ ਸੱਜਣ ਠੱਗ ਵੀ ਕਰਦਾ ਸੀ, ਰਾਮ ਰਾਮ ਸੱਜਣ ਠੱਗ ਆਖਦਾ ਸੀ, ਤੇ ਮਲਕ ਭਾਗੋ ਵੀ ਆਖਦਾ ਸੀ। ਇਹ ਸਾਰੇ ਆਖਦੇ ਸਨ, ਕਰਦੇ ਸਿਮਰਨ ਕਰਦੇ ਸੀ। ਪਰ ਇਹਦੇ ਕਰਮ ਸੀ, ਕਰਮ ਬੜੇ ਮਾੜੇ ਕਰਦੇ ਸੀ ਨਾਲ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਹੀਂ ਤੁਹਾਡੇ ਕਰਮ ਮਾੜੇ ਨੇ, ਕੱਲਾ ਇਸ ਤਰ੍ਹਾਂ ਤੁਸੀਂ ਲੋਕ ਦਿਖਾਵੇ ਇਹ ਧਰਮ ਦੇ ਨਿਮਿੱਤ ਕਰਮ ਕਰਕੇ ਤੁਹਾਨੂੰ, ਤੁਸੀਂ ਜੇ ਸੋਚਦੇ ਸੀ ਮੁਕਤ ਹੋ ਜਾਵਾਂ, ਕਹਿੰਦੇ ਨਹੀਂ, ਪਹਿਲਾਂ ਆਪਣੇ ਕਰਮ ਸੁਧਾਰਨਾ ਕਰੋ, ਚੰਗੇ ਕਰਮ ਕਰੋ, ਲੋੜਵੰਦਾਂ ਦੀ ਸਹਾਇਤਾ ਕਰੋ, ਕਿਸੇ ਦਾ ਦਿਲ ਨਾ ਦਿਖਾਵੋ। ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰੋਗੇ, ਫਿਰ ਮੇਰੀਆਂ ਖੁਸ਼ੀਆਂ ਨੇ। ਜੇ ਇਸ ਤਰ੍ਹਾਂ ਤੁਸੀਂ
एक पासे सिमरन भी कर, दूजे पास दूजे का दिल दिखाई जा रहे हो, फिर गुरु सवारियो गुरु दियाँ खुशियाँ परमात्मा दी खुशियाँ नहीं मिल सकदियाँ। परमात्मा दियाँ खुशियाँ लैण दे लई सानू सिमरन भजन करना पवेगा, गुरमत अनुसार अपना जीवन बतीत करना पवेगा, फिर सानू गुरु पातशाह दियाँ खुशियाँ नसीब होणियां हन। सो सतगुरु कहंदे ने इस तरह, कहंदे भाई सदीवी आज कल उठ जाएगा, अज नहीं तो कल समा आ जाना, जीव तैनू संसार तो जाना पवेगा। फिर तू भाई उस मालक नू क्यों नहीं सलाउंदा, क्यों अपने सिर उत्ते पापां दा भार महकी पदार्थां दी लालसा होण करके कहंदे ये अपने सिर उत्ते लद्दी फिरदा, मोह ममता विच गलतान है। कहंदे इस तरह तू उस मालक वाहिगुरू नू चेते क्यों नहीं करता है। बिन बाद विरुद्ध है कोई नाही, मैं देखा लिहो दिस सालाही। अगली पंक्ति च गुरु साहबान बख्शिश करते हैं, बिन बाद विरुद्ध है। सतगुरु कहते मैं संसार विच देखिया कि संसार विच माया दे झगड़े होण करके, जिथे माया है मोह ममता है, उत्थे एक दूजे नाल कहंदे बार विरोध, वाद विवाद हो रहे, झगड़े हो रहे हैं, एक दूजे का विरोध किया जा रहा। कहंदे ये तो बिना भाई कोई बचिया नहीं, कोई नहीं इन दोनों तो बिना। अजिहो जोका समा इहो जिहा आ गया है कि घर घर दे विच गुरु झगड़े ने, इतफाक खत्म हो गया पर भरावां दा, भैन भरावां दा इतफाक खत्म हो गया। पहला परिवार एक कमरा हुंदा सी, पुराना समा अज तो आपां 30-35 साल 40 साल पिछे जाना करिए, एक एक कमरा हुंदा सी, एक कमरे विच सारा परिवार इकट्ठे रहिंदे सन, प्यार हुंदा सी आपसी। ते अज गुरु सर बड़ियां बड़ियां आपां कोठियां बना लईआं, रहण नूं वधिया वधिया घर बना ले, पर फिर भी शांति नहीं है मन नूं। कारण की है? एक बड़े घर विच आपां दो भरा नहीं रह सकते, पहला 4-4 इकट्ठे ने, सारे जी इकट्ठे रहिंदे सी। ये वाद विवाद है, भाव इस तरह जिन्नी साडे कोल माया आई उन्ना गुरु सवारे साडा जिहड़ा झगड़ा है ये वधदा गया। एक माता पिता अपने बच्चियां नूं बड़े प्यार नाल पालदे ने कि साडे बच्चे बड़े होणगे, सारा कारोबार सांभणगे, एक घर-बार बच्चियां दा। फिर वो जदों बड़े हुंदे ने ते दोनों भरावां दा झगड़ा हुंदा ते जिहड़ी प्रॉपर्टी पिता जी ने तैयार कीती हुंदी है फिर वो वंडी जांदी है। जिस करके सतगुरु कहंदे वाद विरोध तो बिना कहंदे कोई नहीं है संसार विच। जिथे माया आ गई उत्थे वाद झगड़े पैने पैने ने। जिहदे कोल माया है फिर एक दूजे का विरोध होना ही होना है। कहंदे इह तो बिना कोई नहीं बच सकता। मैं दे खाले हो तिस सलाही, कहंदे मैनू परमात्मा ने दिखाना कीता। गुरु नानक पातशाह कहंदे ने कि परमात्मा ने मैनू दिखा दिता। जदों मैं देखिया तो मैं फिर माया वालों उपराम हो गया। उपराम हो के उस मालक वाहिगुरू नूं सलाहण लग पिया, परमात्मा तेरी सिफत सलाह ही है, तेरी जिहड़ी सिफत सलाह कीती होवेगी यही मेरे नाल निभण वाली है। एवें नहीं बाबे नानक ने गुरु सवारी जदों पिता जी 20 रुपए दिंदे ने लंगर खरा सौदा करन दे लई, ते सतगुरु ने देखिया कि खरा सौदा किहड़ा कि भुखे नूं प्रसादा छकाना, लोड़वंद नूं वस्त्र देना। तो बाबे नानक ने गुरु सवारे लंगर ला दिता ते अज तक आपां छक रहे हैं। सतगुरु ने देखी आ। जे आपां सुल्तानपुर की गल करिए तो धन गुरु नानक दे महाराज 13 रखे तोलते ने। जिस वक्त भाई भगीरथ गुरु नानक पातशाह महाराज की हजूरी में पहुंचे सी ना, भाई भगीरथ जिहड़ा गुरु सवारे देवी का उपासक सी,
ਕਰਮ ਜਾਗੇ ਗੁਰੂ ਨਾਨਕ ਪਾਤਸ਼ਾਹ ਦੇ ਮੋਦੀ ਖਾਨੇ ਵਿੱਚ ਪਹੁੰਚੇ ਆ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਕਹਿੰਦੇ ਲਿਸਟ ਰੱਖੀ ਹੈ ਕਿ ਆਹ ਸੌਦਾ ਮੈਨੂੰ ਦੇਣਾ ਕਰੋ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁੱਖੋਂ ਸੌਦਾ ਤੋਲਦੇ ਨੇ। ਜਦੋਂ ਮੁੱਖੋਂ ਬੋਲਦੇ ਨੇ 13 ਤੇ ਗੁਰੂ ਸਵਾਰੇ ਜਦੋਂ ਸੌਦਾ ਤੋਂ ਵਿੱਚ ਪਾਉਂਦੇ ਨੇ ਨਾ, ਸਤਿਗੁਰੂ ਪਹਿਲਾਂ ਕਹਿਣ ਲੱਗੇ ਇੱਕ 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 ਦੀ ਧੁਨ ਲੱਗੀ ਰਹੀ। ਮੈਂ ਜਿਹੜਾ ਭਗੀਰਥ ਦੇਖ ਰਿਹਾ, ਭਗੀਰਥ ਕਹਿਣ ਲੱਗਿਆ ਕਿ ਹੇ ਬਾਬਾ ਇਹ ਮੋਦੀ ਇੱਕ ਤੋਂ ਅੱਗੇ ਵੀ ਗਿਣਤੀ ਹੈ, ਤੂੰ ਇੱਕ ਇੱਕ ਕਹੀ ਜਾ ਰਿਹਾ ਹੈ, ਅੱਗੇ ਵੀ ਚੱਲਣਾ ਕਰ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ 1 7 ਕਿਲੋ ਹੋ ਗਿਆ। ਤੇ ਪਾਤਸ਼ਾਹ ਨੇ 7 ਕਹਿਣ ਲੱਗਿਆ ਬਾਬਾ 7 ਤੋਂ ਵੀ ਅੱਗੇ ਗਿਣਤੀ ਹੈ, ਅੱਗੇ ਗਿਣਤੀ ਕਰਨਾ ਕਰ। ਫਿਰ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਨਾ 13 ਕਿਲੋ ਸਾਜੋ ਸਮਾਨ ਹੋਇਆ ਤੇ ਪਾਤਸ਼ਾਹ ਕਹਿੰਦੇ 13 ਬਸ। ਭਗੀਰਥ ਦੇ ਨਾਲੇ ਪਾਤਸ਼ਾਹ 13 ਆਖਣਾ ਕੀਤਾ, ਨਾਲੇ ਭਾਈ ਭਗੀਰਥ ਜੀ ਵੱਲ ਤੱਕਿਆ ਤੇ ਗੁਰੂ ਸਵਰੇ ਉਹ ਭਗੀਰਥ ਗੁਰੂ ਨਾਨਕ ਦਾ ਹੀ ਬਣ ਕੇ ਰਹਿ ਗਿਆ। ਬਸ 13 ਦੀ ਧੁਨੀ ਚੱਲਦੀ ਰਹੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮੇਰਾ ਕੁਝ ਨਹੀਂ, ਸਭ ਕੁਝ ਪਰਮਾਤਮਾ ਤੇਰਾ ਹੀ ਹੈ। ਭਗੀਰਥ ਵੀ ਗੁਰੂ ਸਵਾਰ ਜਿਹੜਾ ਦੇਵੀ ਦਾ ਉਪਾਸ਼ਕ ਸੀ, ਉਹ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਸਿੱਖ ਬਣ ਗਿਆ। ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਸੀ ਨਾ, ਜੋਤੀ ਜੋਤ ਸਮਾਉਣ ਦੇ ਵੇਲੇ ਜਦੋਂ 4 ਸਿੱਖ ਰਹਿ ਗਏ ਸੀ, ਉਹਨਾਂ 4 ਸਿੱਖਾਂ ਦੇ ਵਿੱਚੋਂ ਇੱਕ ਭਾਈ ਭਗੀਰਥ ਜੀ ਸਨ। ਐਨੇ ਨੈਗੇਟਿਵ ਵਰਤੀ ਬਣ ਗਏ ਸੀ। ਇਸ ਕਰਕੇ ਗੁਰੂ ਪਾਤਸ਼ਾਹ ਨੇ ਗੁਰੂ ਸਾਨੂੰ ਸਮਝਾਇਆ ਏ ਕਿ ਕਿਰਤ ਕਰਦਿਆਂ ਸਮੇਂ ਵੀ ਉਸ ਵਾਹਿਗੁਰੂ ਨੂੰ ਕਿਵੇਂ ਚੇਤੇ ਕਰਨਾ ਹੈ। ਤੇ ਸਤਿਗੁਰੂ ਇੱਥੇ ਕਹਿੰਦੇ ਮੈਂ ਦੇਖਾਲਿਓ ਤਿਸ ਸਾ ਲਾਹੀ, ਕਹਿੰਦੇ ਮੈਨੂੰ ਉਸ ਵਾਹਿਗੁਰੂ ਨੇ ਦਿਖਾ ਦਿੱਤਾ, ਮੈਂ ਦੇਖਣਾ ਕੀਤਾ ਏ। ਕਿਵੇਂ ਦੇਖਿਆ? ਕਹਿੰਦੇ ਤਿਸ ਸਾ ਲਾ, ਜਦੋਂ ਉਸ ਪਰਮਾਤਮਾ ਦੀ ਮੈਂ ਸਿਫਤ-ਸਲਾਹ ਕੀਤੀ ਨਾ, ਸਿਫਤ-ਸਲਾਹ ਕਰਕੇ ਮੈਨੂੰ ਪਤਾ ਲੱਗਿਆ ਕਿ ਵਾਕਈ ਜਿਹੜਾ ਇਹ ਮਾਇਆ ਦੇ ਨਾਲ ਜਿਹੜੇ ਮਮਤਾ ਮੋਹ ਮਮਤਾ ਦੇ ਰਾਹੀਂ ਤਾਂ ਕਹਿੰਦੇ ਬਾਦ ਵਿਰੋਧੀ ਵਧਣਾ ਹੈ, ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਮਨ ਤਨ ਅਰਪ ਮਿਲੈ ਜਗ ਜੀਵਨ, ਹਰਿ ਸਿਉ ਬਣਤ ਬਣਾਈ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੇ ਤੂੰ ਚਾਹੁੰਦਾ ਨਾ ਭਾਈ ਜਗਤ ਜੀਵਨ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਕਹਿੰਦੇ ਫਿਰ ਜੇ ਤੂੰ ਆਪਣਾ ਜੀਵਨ ਵਧੀਆ ਤਰੀਕੇ ਨਾਲ ਬਤੀਤ ਕਰਨਾ ਚਾਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਉਸ ਜਗਤ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਨੂੰ ਆਪਣਾ ਮਨ ਤੇ ਤਨ ਅਰਪ ਕਰ ਦੇ। ਜਦੋਂ ਤੱਕ ਤੂੰ ਆਪਣਾ ਮਨ ਤਨ ਅਰਪਣ ਨਹੀਂ ਕਰਦਾ, ਉਦੋਂ ਤੱਕ ਤੈਨੂੰ ਉਹ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਦੀ ਖੁਸ਼ੀ ਨਹੀਂ ਨਸੀਬ ਹੋ ਸਕਦੀ ਹੈ। ਜਦੋਂ ਆਪਣਾ ਸਭ ਕੁਝ ਅਰਪਣ ਕਰ ਦਿੱਤਾ, ਫਿਰ ਹਰਿ ਸਿਉ ਬਣਤ ਬਣਾਈ ਹੈ, ਹੇ ਤੇਰੀ ਫਿਰ ਹਰੀ ਪਰਮਾਤਮਾ ਨੂੰ ਬਣ ਆਉਣੀ ਹੈ। ਕਿਉਂਕਿ ਜਦੋਂ ਤੱਕ ਆਪਾਂ ਗੁਰੂ ਸਾਹਿਬ ਆਪਣਾ ਆਪ ਨਹੀਂ ਨਿਸ਼ਾਵਰ ਕਰਦੇ, ਉਦੋਂ ਤੱਕ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਖੰਡੇ ਬਾਟੇ ਦੀ ਸਿਰਜਣਾ ਕੀਤੀ 30 ਮਾਰਚ 1699 ਨੂੰ, ਤੇ ਉਦੋਂ ਗੁਰੂ ਸਵਾਰਿਓ ਪੰਜਾਂ ਦੇ ਸਿਰ ਲਏ ਸੀ। ਉਹ ਪੰਜਾਂ ਨੇ ਆਪਣੇ ਸੀਸ ਦੇਣਾ ਕੀਤੇ ਤੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਆਪ ਅਰਪਣ ਕਰ ਦਿੱਤਾ। ਤੇ ਸਤਿਗੁਰੂ ਜੀ ਨੇ ਫਿਰ ਅੱਗੋਂ ਬਚਨ ਪਤਾ ਕੀ ਕੀਤੇ ਸੀ? ਸਤਿਗੁਰ ਦੇ 4 ਸਾਹਿਬਜ਼ਾਦੇ ਨੇ, ਪਿਆਰੇ ਸਿੱਖ ਨੇ, ਸਾਰਿਆਂ ਨੇ ਵੱਖਰੇ ਵੱਖਰੇ ਸਤਿਗੁਰੂ ਨੇ ਅਹੁਦੇ ਦਿੱਤੇ ਹੋਏ ਸਨ, ਵਡਿਆਈ ਮਾਣ ਸੁਣ ਦਿੱਤਾ ਸੀ। ਪਰ ਜਦੋਂ ਪਾਤਸ਼ਾਹ ਦੀ ਨਾ ਪੰਜਾਂ ਉੱਤੇ ਨਿਗਾਹ ਪਈ, ਕਹਿਣ ਲੱਗੇ ਤੁਸੀਂ ਮੇਰੇ 5 ਪਿਆਰੇ ਹੋ। 5 ਪਿਆਰਿਆਂ ਦਾ ਖਿਤਾਬ ਦੇਣਾ ਕੀਤਾ।
सिख मेरे ने धीआं मेरियां हन, पर प्यारे मेरे पंज ने बस। क्यों आखिया? क्योंकि 80,000 के इकट्ठ विच ये पंज नेत्रे सी गुरु सवारिओ। इस करके गुरु साहिबान किरपा करते ने, कहते भाई अपना मन ते तन उस प्रभु नूं अर्पण करना कर, फिर तैनूं जगत जगत जीवन जीण वाला परमेश्वर मिल जाएगा। हर स्यों बनत बनाई है, हरि परमात्मा नाल कहते तू गुणा की सांझ पाना कर, हरि का सिमरन कर। कहते फिर तेरी वो हरि ने ही बनत बनानी है, फिर हरि परमात्मा तू मिल सकता है। प्रभ की गत मित कोई न पावै, जे को वड्डा कहाए वडाई खावै। अगले पदे च गुरु साहिबान बख्शिश करते हैं कि प्रभ की गत मित, प्रभु की गत मित मर्यादा नूं कोई नहीं पा सकता है। ये नहीं कोई सोच सकता कि परमात्मा का मैं अंत पा लिया, क्योंकि वाहिगुरु बेअंत है। तू जानाहे तां कोई जाने, तेरा दिया नाम बखाना। परमात्मा जे तू किरपा कर दवे, रहमत कर दवे, फिर परमात्मा तेरे बाबत कुछ कु जानिया जा सकता, कुछ कु ज्ञान हो सकता है। तेरी बख्शिश दे नाल ही परमात्मा तेरा नाम जपिया जा सकता है, पर गत मित नूं कोई नहीं जान सकता। ते सतगुरु कहते जे को वड्डा कहाए वडाई खावे। जेकर कोई मनुख ये सोचे ना अपने नूं वड्डा अखवावे कि मैं वड्डा हाँ, वड्डे दे गुण गा के मैं वड्डा बन गया, तो मैं उस परमात्मा दे अंत नूं पा लिया। पातशाह कहते नहीं, कहते उन्होंने वो वड्याई खा जाती है, माण ही खा जाता है। परमात्मा की सिफत सलाह करके गुरु सवारे कुछ कु गुण जिहड़े ने परमात्मा वाले प्रभु दे प्यारे विच पैदा हो जाते हैं। पर जे सोचे मनुख कि मैं परमात्मा तो परमात्मा का हद बन्ना प्राप्त कर लिया, ये नहीं हो सकता है। भीम चंद ने कहते माण किया, अपनी जोबनता उत्ते माण सी, ताकत उत्ते माण सी। किसे महात्मा नाल गलबात चल रही है, कहते ने एक कहन लगे कि आ नदी लंघना कर, जे नदी लंघ जाए फिर तेरी इस ताकत नूं मन्नांगे कि वाकई तू बड़ा बलवान है। हुण भीम चंद ने सोचिया कि छोटी जी नदी है, मैं पार कर जावांगा। जदों गुरु सवारे वो पार करन लग्या ते विच गोते खाण लग पिया। एक बारी कोशिश, दूजी बारी, तीजी बारी वापस मुड़ आया। महाभारत च लिखिया, कहते ने फिर उस समय जब भीम चंद वापस आया, कहन लगे नहीं लंघ सके, ये किहो जी नदी है, अज तक मैनूं बड़े बड़े समुद्रां ने राह देना कीता, ये नदी मैं पार क्यों नहीं कर सकिया। कहन लगे भीम चंद तेरा मान तोड़ना सी, ये कुंभकर्ण दी खोपड़ी है, ते तू भी बड़े बड़े संसार विच होए ने, तू दी क्यों मान करदा फिरदा है। जो कुछ प्राप्त होया उन्होंने प्राप्त करके परमात्मा का शुक्र करना चाहिए है। तो इस तरह गुरु सर जिहड़ा अपने जे को वड्डा कहाए वडाई खाव नूं अपनी वड्याई खा जाती है। इस करके पातशाह कहते ने भाई माण नहीं करना, निमाणे बन के उस वाहिगुरू के गुणों का ज्ञान करना है। प्रभु का कोई अंत नहीं पा सकता है। साचे साहिब तोटना दाती, सगली तिन्ह उपाई है। जिहड़ा सच्चा परमेश्वर वाहिगुरू है, उस मालक दे दर ते किसी दातां दी कोई कमी नहीं है, क्योंकि उहदे दर ते भंडारे भरे हुए ने। आपां रोजाना पढ़दे हां पातशाह दे बचन। आनंद साहिब दी पावन बाणी विच धन गुरु अमरदास पातशाह महाराज बचन करते हैं
कि साचे साहिबा क्या नाही घर तेरा, घर तां तेरा सब किश है, जिस देह सो पावे। कहते परमात्मा तेरे दर च सारे भंडारे ने, पर जिन्हों तू दिंदा है तो उही प्राप्त कर सकदा। तेरियां दित्तियां दातां आपां वरत रहे हैं तो उहदे दर दे भंडारे भरे होए ने ते कदे कमी नहीं आ सकती है। वो सारिਆਂ ਨੂੰ दातां दे ही जा रहा है। लैण वाले थक जाते हैं पर परमात्मा गुरु सर देण वाला थकदा नहीं है। उहदे दर दे भंडारे मुक्कण वाले नहीं हैं। इस करके पातशाह जी कहते भाई हे सच्चे मालक जी साहिब जी, तुहाडे दर ते दातां दी तोड़ नहीं है। किन्ने मंगते ने आपां, कोई दुध मंग रहा, कोई पुत मंग रहा, कोई कारोबार मंग रहा है, कोई कुछ मंग रहा। हर एक दी मंग है तो समय समय अनुसार मनुख दीयां मंगां पूरीआं हो रही ने। एक मंग पूरी हुंदी ते दूजी शुरू हो जाए, दूजी ते तीजी, चौथी पंजवीं। फिर इस तरह जिहड़ा समा लंघ जाता तो एक दिन समा वो आ जाता तो जदों गुरु सारे मनुख की उम्र मुक जाती, पर मंगां जड़ियां मनुख दियां फिर भी रह जांदियां ने। फिर वासना बद्धा आवे जावे, जिहड़ी इच्छा रह जाती है कि फलानी मेरी इच्छा मैं आप चीज़ प्राप्त कर लवां, तो उधरले पासे मन रह जाता, जिस करके शरीर खत्म हुंदा, अंतम समा आ जाता, वासना का बद्धा हुआ फिर गुरु साहिब द्वारा फिर ये जन्म लैंदा। ये नहीं कि हर जन्म मनुखा मिल गया, नहीं। मनुखा जन्म तो 84 का गेड़ कट के मिलता है। पता नहीं कित्थे साडी सुरती होगी अंतम समय। जिथे साडी अंतम समय सुरती टिक गई, उहदे मुताबिक गुरु सवारे सानू फिर ओहो जी जून अगों प्राप्त हो जानी है, शरीर वो जिहा मिल जाना। इस करके पातशाह ते समझा रहे ने, कहते भाई वो सच्चे मालक दे दर दे कहते किसी प्रकार की तोड़ कमी नहीं है। दातां उहदियां पई उहदे कोल ने, ते जिहड़े उहदे पास मंगदे ना शरधा भावना दे नाल, फिर समय समय अनुसार परमात्मा सारियां नूं दातां दे ही जा रहे हैं। जदों नाम रसीया बंदगी करन वाला जग्यासू सिख गुरु साहिबान दे चरणां च अरदास बेनती करदा कि सच्चे पातशाह कृपा करो, मेरी फलानी भावना पूरी करना करो, मेरा कारज पूरा करो। तो गुरु साहिबान जी फिर गुरु सवारे अपनियां हाथ दियां हथेलियां उत्ते सतगुरु पदार्थ रख के बैठे हुंदे ने कि कदों मेरा सिख भावना नाल मंगे, मैं सिख दियां झोलियां भरदा वां। हुण देखो आपां सत्ते ते बलवंड दे बाबत आपां सारे जानते, बाबा सत्ता ते बाबा बलवंड जिन्हां दी बाणी गुरु ग्रंथ साहिब दर्ज है। ये गुरु तो बेमुख जदों होए सी, इन्हां दी लड़की दी शादी सतगुरां दे कोल चल के आए, कहण लगे पातशाह सी अपनी लड़की दी शादी करनी है, आप जी कृपा करके सानू माया देना करो। गुरु अर्जन देव महाराज कहण लगे भाई सत्ते भाई बलवंड, जिन्नी भी अज भेटा आवेगी सारी तुहाडी। कुदरती तौर पर ऐसी खेड वरती, बड़ी तेजी की बरखा हुई अमृतसर की धरती ते, चढ़ावा नहीं होया। 5 पैसे की ने 5 रुपये लिखना कीते ने कि इन्ने पैसे चढ़े ने, तो सतगुरु गुरु अर्जन देव महाराज कहण लगे लै भाई सत्ते बलवंड, यही माया आई है, फिक्र ना करी, तेरी लड़की की शादी हो वधिया होवे, किसी पर कमी नहीं रहेगी। तो बाबा सत्ता ते बलवंड ने गुरु सवारे उदों आखना कीता कि गुरु ने साडे नाल मजाक कीता है। ये नहीं बचन याद है गुरु पातशाह, गुरु ने ये बचन कीते ने, ये नाल बरकतां पै जाणगीआं। कारज तां गुरु ने करने ना, गुरु पातशाह कुछ भी कर सकते हैं।
ਤੇ ਗੁਰੂ ਸਵਾਰੇ ਜਿੱਥੋਂ ਗੁਰੂ ਤੋਂ ਬੇਮੁਖ ਹੋ ਗਏ, ਬੇਮੁਖ ਐਸੇ ਹੋਏ कि गुरु के दरबार 'ਚ कीर्तन करने नहीं आए। सतगुरु जी ने बाबा बुढ़ा साहब जी ਨੂੰ ਭੇਜਿਆ, भाई गुरदास जी ਨੂੰ ਭੇਜਿਆ, नहीं आए। ਕਹਿਣ ਲੱਗੇ ਅਸੀਂ नहीं कीर्तन करना। फिर धन गुरु अर्जन देव महाराज खुद गए सी सत्ते ते बलवंड दे घर विच ते जाके आखिया सत्ते ते बलवंड चलो कीर्तन करो। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਇਨਕਾਰ ਕਰਦਾ, ਕਹਿਣ ਲੱਗਿਆ ਜੇ ਸਾਡੇ ਵੱਡੇ ਭਾਈ ਮਰਦਾਨਾ ਜੀ ਨਹੀਂ ਹੁੰਦੇ ਤੇ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ। ਜਦੋਂ ਇਸ ਤਰ੍ਹਾਂ ਆਖਿਆ ਤੇ ਉਦੋਂ ਗੁਰੂ ਸਾਰੇ ਸਤਿਗੁਰੂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ ਕਿ ਵੱਡੇ ਗੁਰੂ ਸਾਹਿਬਾਨ ਦੀ ਨਿੰਦਿਆ ਕਰ ਰਹੇ ਹੋ, ਸਿੱਖ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। इस करके जिहड़ी जबान नाल तुसीं गुरु की निंदिया करदे हो, तुहाडू जबान नूं कोड़ पवेगा, तुहाडी कोई गलबात किसी ने पुछनी नहीं है। समा लंघिया जिथे चार दमड़े जोड़े हुए सी, इन्हां नूं इह सी लोकां विच सत्कार संगत विच सत्कारण दा बहुत ज़्यादा सी, पर जदों गुरु तो बेमुख हो गए तो हौली हौली गुरु साहिब जिहड़ी संगतां ने मुख मोड़ लिया ते घर की हाल तरसयोग हो गई। एक समय का प्रशादा भी नसीब नहीं हो रहा, दर थावां थावां ते ये ठोकरां खा रहे ने। अखीर ते कल्ले कल्ले सिख कोल जाके मिन्नतां तरला करते ने कि सानू साडी गुरु कोल जाके साडी मदद कराना करो। इतिहासकार लिखते ने सारे सिखां ने इनकार कर दिता। लाहौर का रहने वाला भाई लद्दा परोपकारी जिहड़ा सुभाअ सी उहनूं पता लग्या गुरु ने आख्या सी जिहड़ा सत्ते ते बलवंड की मदद करेगा उहदा मूँह काला किया जाएगा, उहनूं जमां की मार सहनी पवेगी। ते गुरु सवारे बाबा लद्दे परोपकारी ने कहंदे अपना मुख आप काला कर लिया, गल विच जुत्तियां दा हार पा लिया, ढोली लै लिया, खोते उत्ते बैठ के अमृतसर लाहौर तो चले ने ते अमृतसर की धरती ते पहुँचे। तो जदों ढोल का डगा बजदा तो पातशाह पुछदे भाई कौन आ रहा, कहन लगे सतगुरु लद्दा परोपकारी। तो पातशाह कहणगे ये ढोल बजा के क्यों आउंदा है, कहन लगे पातशाह खोते उत्ते बैठा होया मूँह काला किया होया है। जो पातशाह के कोल पहुँची आके मत्था टेकिया, कहन लगे पातशाह ये की है। सतगुरु पुछदे ने, कहन लग्या सच्चे पातशाह आप जी के बचना उत्ते पहरा दे रहे हैं। तुसी आख्या सी जिहड़ा सत्ते ते बलवंड की मदद करेगा उहदा मूँह काला किया जाएगा। तो सतगुरु जी जमा मैं आप उत्थे भी तुसी मूँह काला करना, इत्थे भी तुसी करना, मैं सोचे चलो आप ही कर लवां तो गुरु पातशाह जी बख्श देणगे। तो सतगुरु गुरु अर्जन देव महाराज कहन लगे भाई लद्दे ते साडे कोल बेनती कि तेरी बेनती प्रवान ये बख्शण योग नहीं हन। इन्होंने गुरु नानक पातशाह निंदिया की है। जे अपना भला चाहुंदे जिहड़ी रसना दे नाल धन गुरु नानक दे मर निंदिया की है, सतगुरां दी उस्तत करो, वडियाई करो। ज्यों ज्यों वडियाई करते जावोगे जिहड़ा कोढ़ दा रोगण लग्या ना, ये रोग इन्हां दा हौली हौली फिर ठीक होंदा जावेगा। इतिहासकार लिखते ने बाबा सत्ता ते बाबा बलवंड जी ने उदों फिर जी रामकली की वार है, 3 वारां ने रामकली राग विच, तीसरी वार है बाबा सत्ता ते बलवंड दी। नाव करता कादर करे क्यों बोल होवे जो खीबद है। ये वार गुरु सवारे बाबा सत्ते ते बलवंड ने उच्चारण की। तो ज्यों ज्यों सतगुरां की उस्तत करते गए, वडियाई करते गए, त्यों तो इन्हां दा जिहड़ा रोग सी वो ठीक हो गया। सतगुरू इन्हां नूं बख्श दिता ते माफ़ करना। सत्ते ते बलवंड ने गलती की, गुरु ने बख्श दिता। ते अज आपां गुरु ग्रंथ साहिब महाराज नूं मत्था टेकदे हां ते बाबा सत्ता ते बलवंड नूं मत्था टेकिया जा रहा है। वो तो उन्होंने अपने कीता होया गुनाह बख्शा लिया।
तो आप पल पल च गलतियां करते हैं, गलतियां करके मुकर जाते हैं, तो आप गुरु किवें अपने आप नूं बख्शावांगे। इस करके गुरु की सिफत सलाह करके वडियाई करके ही साडा गुरु छुटकारा हो सकता है। तो सतगुरु इत्थे वचन करते, वो मालक सानू दातां दे रहा उहदे दर ते, क्योंकि सत्ते ते बलवंड नूं जे विश्वास हुंदा गुरु उत्ते कि गुरु ने ये 5 पैसे या 5 रुपए ने कि ये गुरु के दर ते आई माए, इहदे राही गुरु ने बरकतां पा देणियां ने, फिर तां गुरु सवारियो भरोसे की गल सी ना, फिर तां कारज गुरु ने अपने आप कर देने सन। पर डोल गए, डोले तो गुरु के शान के खिलाफ बोल बद, इस करके इहो जी हालत होई। तो परमात्मा सानू दातां दे रहे आ, उस मालक के दर ते किसी प्रकार की कमी नहीं है। सगली तिन्ह उपाई है, जिन्नियां भी दातां जो पर संसार च देखते हैं, क्योंकि सारियां दातां उस मालक दियां पैदा कीतियां ने। संसार परमात्मा, सृष्टि परमात्मा ने उपाई ये पैदा की है। बड़ी वडियाई बेपरवाहे आप उपाए दान समाहे। सतगुरु जी अगली पंक्ति बख्शिश करते कि वड्डी वडियाई, परमात्मा की वडियाई वड्डी है। ਜਿਹੜੇ ਉਹਦੀ ਵੱਡੇ ਦੀ ਵਡਿਆਈ ਕਰਦੇ ਨੇ, परमात्मा बेपरवाह है तो वह भी प्यारे बेपरवाह हो जाते हैं, उन्होंने भी परवाह नहीं किसी रहिंदी है। वो गुरु साहब इस तरह के बेपरवाह हो जाते कि किसी भी दुनियावी जिन्ने भी लोग ने उन्होंने परवाह नहीं करते, केवल परमात्मा की परवाह करते हैं। वो कह देंगे ने परवाह नाही किसै केरी तुद बाज सच्चे ना। हे प्रभु तेतो बिना किसी की सानू परवाह नहीं, तेतो बिना असी किसी की परवाह नहीं करते, तू ही साडा सब कुछ है, तेरी परवाह करते हाँ। बेपरवाह दे गुण गा के वो प्रभु दे प्यारे भी बेपरवाह हो जाते हैं, क्योंकि बेपरवाह परमात्मा है तो परमात्मा वाले गुण परमात्मा के प्यारिਆਂ ਵਿੱਚ आ जाते हैं। इस करके कहते जे बेपरवाह जे को सतगुरु कहते ने भाई वड्डी वडियाई, परमात्मा की वडियाई वड्डी है तो वो परमात्मा बेपरवाह है, परमात्मा बेपरवाह है, उहदे प्यारे भी बेपरवाह हैं। आप उपाय दान समाहे, एडा वड्डा वो बेपरवाह मालक प्रभु है कि जीवां नूं आप उपाय पैदा करता, फिर जीवां ताईं दान इत्यादक वाहिगुरू आप ही दिंदा है। फिर गुरु सर समाहे अपने विच ही वो समेट लैंदा है, दातां भी दिंदा पैदा भी करदा ते गुरु सवारे फिर उहदा संघार भी आप ही करता है। धरती के उत्ते आपां देखीए, मानो किसी ने दरख्त लाया, पेड़ लाता, किसी ने लाया, उन्होंने वधाया, पानी दिता कि देना कि समय संभाल की, दरख्त बड़ा हो गया तो लाण वाले चले जाते हैं, वढ़न वाले गुरु सरे कोई होर पैदा हो जाते हैं। तो परमात्मा जिहड़ा है, परमात्मा आप ही लाउंदा ते आप ही वढ़दा है, जीवां नूं आप पैदा करदा ते समय अनुसार फिर जीवां दा खात्मा भी वाहिगुरू आप ही करदा, उस तो बिना दूजा कोई नहीं है। उही गुरु सर जदों समा हो जाता है उदों कोई रोक नहीं सकता, तो समय तो पहला कोई लिजा नहीं सकता है, समय तो पहला कोई लिजा नहीं सकता। इस करके सतगुरु कहते वो वाहिगुरू आप ही पैदा करने वाला, आप ही फिर जीवां दियां लोड़ां पूरियां करने वाला, फिर आप ही जीवां दी लैता करके अपने विच वो समा लैंदा है। इस तरह वो परमात्मा ये खेडां वरताउंदा है। आप दयाल दूर नहीं दाता,
मिलया सहज रजाई है। प्रभु आप क्यों जिहा कहते आप दयालू है, उन्होंने दया करन दी आदत पई हुई है। तो दूर नहीं दाता, किते दूर नहीं है दाता जिहड़ा सानूं दातां देण वाला। जे सोचीए कि परमात्मा बहुत बड़ा बहुत ज़्यादा दूर है, कहते नहीं वो दूर नहीं है, वो तो नेड़े है। नेड़े नाही दूर निज आत्मा रहिया भरपूर। वो तो साडी आत्मा दे विच है। आत्मा परमात्मा दी अंश है, क्योंकि परमात्मा तो आख्या गया जो सारिया आत्मा का मालक उन्होंने कहते हैं परमात्मा, परम आत्मा। तो आपां उहदे विचों पैदा होए हैं, जिस करके वो साडी आत्मा दे विच ही समाया होया है। निज आत्मा रहा भरपूर। पर साडे कोल वेखण वाली अख नहीं है। ये वेखण वाली अख सानू कित्थों प्राप्त नसीब होनी? गुरु पातशाह दे कोलों। गुरु ने ये अख देनी किवें है? जदों आपां साहिबां दी बाणी नूं पढ़दे जावांगे ना, ते नाल नाल आपां बाणी नूं विचारदे जावांगे गुरु दी बाणी सानू की कह रही है। उस बाणी अनुसार आपां अपने जीवन नूं बतीत करदे जावांगे, फिर सतगुरु ने सानू वो पारखू अख देनी है। जिस पारखू अख दे राहीं आपां देख सकांगे कि परमात्मा वाहिगुरु दूर नहीं है, वो तो साडे अंदर है। फिर बंदे खोज दिल हर रोज, ना फिर परेशानी माए किसी प्रकार की परेशानी नहीं होगी। तो सतगुरु कहते ने इस तरह मिलिया सहज रजाई है। सहज आत्म अडोलता वाली अवस्था च पहुँच के रजाई उस मालक की रजा भी चल के कहते भाई फिर इहो जिहा मालक वाहिगुरु परमात्मा मिल सकता। इस तरह का ही भाई मैनू मिलिया है, थानू भी भाई मिल सकता है जे आत्म अडोलता वाली अवस्था पहुँच के मालक की रजा में रह के गुरु की रजा में रह के अपने जीवन में बतीत करन लग पे आ। फिर गुरु पातशाह की सानू खुशियाँ मिलनगियाँ। साडा लोक सुखी है पर लोक सहेले, नानक हर प्रभ आपे मेले की पातशाह बख्शिश करनगे। होइयां भुलां चुकां दी खिमा। आओ अगलियां पंक्तियां पढ़ के फतेह बुलाइए। एक सोगी